Okay, so quick recap what we studied yesterday. We studied about importance of child development. ਉਹਦੇ ਚ ਅਸੀਂ ਪੜਿਆ ਸੀਗਾ ਕਿ ਜਿਸ ਤਰ੍ਹਾਂ ਇਹਦੇ ਫਾਇਦੇ ਕੀ ਹੈ ਸਾਨੂੰ, what is the importance, ਕਿ ਕਿਉਂ ਜ਼ਰੂਰੀ ਹੈ ਚਾਈਲਡ ਡਿਵੈਲਪਮੈਂਟ ਦੇ ਬਾਰੇ ਸਾਨੂੰ ਪਤਾ ਹੋਣਾ। ਇਹਦੇ ਚ ਆਪਾਂ ਕੀਤਾ ਸੀਗਾ ਕਿ it helps us in understanding the general development, ਕਿ ਕਿਸ ਤਰ੍ਹਾਂ ਸਧਾਰਨ ਜਿਹੜਾ ਵਿਕਾਸ ਹੈ ਉਹ ਕਿਸ ਤਰ੍ਹਾਂ ਹੁੰਦਾ ਹੈ, ਉਹਦੇ ਬਾਰੇ ਸਾਨੂੰ ਪਤਾ ਚੱਲਦਾ ਹੈ। ਫਿਰ ਬੱਚੇ ਦੀ ਨੇਚਰ ਨੂੰ ਸਮਝਣ ਵਾਸਤੇ, ਟੈਂਪਰਾਮੈਂਟ ਕਿਸ ਤਰ੍ਹਾਂ ਦੀ ਉਹ ਐਡਜਸਟਮੈਂਟਸ ਕਰਦਾ ਹੈ, ਉਹਨੂੰ ਸਮਝਣ ਵਿੱਚ ਸਾਡੀ ਹੈਲਪ ਕਰਦਾ ਹੈ। ਐਂਡ then understanding the personality development, ਕਿ ਸਾਡੀ ਜਿਹੜੀ ਸ਼ਖਸੀਅਤ ਹੈ ਉਹਦਾ ਵਿਕਾਸ ਕਿਸ ਤਰ੍ਹਾਂ ਹੁੰਦਾ ਹੈ, ਉਹਦੇ ਬਾਰੇ ਹੈਲਪ ਕਰਦਾ ਹੈ। ਐਂਡ ਫਿਰ ਅਸੀਂ ਕੀਤਾ ਸੀਗਾ it helps us in predicting development of children, ਬੱਚਿਆਂ ਦੀ ਜਿਹੜੀ ਡਿਵੈਲਪਮੈਂਟ ਕਿਸ ਤਰ੍ਹਾਂ ਨਾਲ ਹੋਏਗੀ ਉਹਨੂੰ ਅਸੀਂ ਪਹਿਲਾਂ ਤੋਂ ਹੀ ਜੱਜ ਕਰ ਸਕਦੇ ਹਾਂ, ਉਹਦੇ 'ਚ ਸਾਡੀ ਹੈਲਪ ਕਰਦਾ ਹੈ। ਐਂਡ ਇਸ ਤੋਂ ਬਾਅਦ ਵਿੱਚ ਅਸੀਂ ਕੀਤਾ ਸੀਗਾ ਜਸਟ ਅ ਮੋਮੈਂਟ ਯਾ ਇਹਦੇ 'ਚ ਅਸੀਂ ਫਿਰ ਕੀਤਾ ਸੀਗਾ ਕਿ ਪ੍ਰੋਵਾਈਡਿੰਗ ਟ੍ਰੇਨਿੰਗ ਐਂਡ ਐਜੂਕੇਸ਼ਨ ਟੂ ਚਿਲਡਰਨ, ਬੱਚਿਆਂ ਨੂੰ ਐਜੂਕੇਟ ਕਰਨ ਵਾਸਤੇ, ਟ੍ਰੇਨ ਕਰਨ ਵਾਸਤੇ ਸਾਡੇ ਲਈ ਯੂਜ਼ਫੁਲ ਹੁੰਦਾ। ਸਾਨੂੰ ਪਤਾ ਚੱਲ ਜਾਂਦਾ ਕਿ ਕਿਸ ਬੱਚੇ ਨੂੰ ਕਿਸ ਤਰ੍ਹਾਂ ਦੀ ਜ਼ਰੂਰਤ ਪੈਂਦੀ ਹੈ, ਕਿਸ ਤਰ੍ਹਾਂ ਦੀ ਡੋਜ਼ ਦੇਣ ਦੀ ਲੋੜ ਹੈ। then creating good environment for children, ਕਿਸ ਤਰ੍ਹਾਂ ਅਸੀਂ ਬੱਚੇ ਲਈ ਅੱਛੀ এনवायरमेंट ਬਣਾ ਸਕਦੇ ਹਾਂ, ਉਹਦੇ 'ਚ ਹੈਲਪ ਕਰਦਾ ਹੈ। ਫਿਰ ਅਸੀਂ ਦੱਸਿਆ ਸੀਗਾ ਕਿ ਬਿਹੇਵੀਅਰ ਨੂੰ ਕੰਟਰੋਲ ਕਰਨ ਵਾਸਤੇ ਸਾਡੇ ਲਈ ਜ਼ਰੂਰੀ ਹੈ ਕਿ ਸਾਨੂੰ ਪਤਾ ਹੋਏਗਾ ਕਿ ਵਾਟ ਆਰ ਦਾ ਕਾਮਨ ਬਿਹੇਵੀਅਰ ਪ੍ਰੋਬਲਮਸ ਜਿਹੜੀਆਂ ਕਿਸੇ ਖਾਸ ਉਮਰ ਦੇ ਨਾਲ ਸੰਬੰਧਿਤ ਹੁੰਦੀਆਂ। ਫਿਰ ਅਸੀਂ ਇਹਦੇ 'ਚ ਜਿਸ ਤਰ੍ਹਾਂ ਥੋੜਾ ਜਿਹਾ ਦੇਖਿਆ ਸੀਗਾ ਕਿ ਕਿਸ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਮ ਤੌਰ ਤੇ ਡਿਫਰੈਂਟ ਏਜ ਗਰੁੱਪਸ ਦੇ ਵਿੱਚ ਆਉਂਦੀਆਂ। ਫਿਰ ਅਸੀਂ ਕੀਤਾ ਸੀਗਾ ਕਿ ਇਨ ਚਾਈਲਡ ਗਾਈਡੈਂਸ ਇਟ ਇਜ਼ ਨੀਡਡ, ਜਦੋਂ ਆਪਾਂ ਬੱਚੇ ਨੂੰ ਕੋਈ ਕਾਉਂਸਲਿੰਗ ਕਰਨਾ ਹੈ ਕਰੀਅਰ ਦੇ ਬਾਰੇ, ਇੰਟਰਸਟ ਦੇ ਬਾਰੇ, ਤਾਂ ਉਹਦੇ ਵਿੱਚ ਵੀ ਇਟ ਇਜ਼ ਹੈਲਪਫੁਲ। ਫਿਰ ਇਨ ਮੇਕਿੰਗ ਹੈਪੀ ਫੈਮਿਲੀ ਲਾਈਫ, ਉਹਦੇ ਵਾਸਤੇ ਇਟ ਇਜ਼ ਵੈਰੀ ਇੰਪੋਰਟੈਂਟ। ਫਿਰ ਅਸੀਂ ਕੀਤਾ ਸੀਗਾ ਨੋਇੰਗ ਇੰਪੋਰਟੈਂਸ ਆਫ ਦਾ এনवायरमेंट, ਸਾਨੂੰ ਸਮਝ ਆਉਂਦਾ ਹੈ ਕਿ ਕਿਹੜੇ ਕਿਹੜੇ ਖਾਸ ਫੈਕਟਰਸ ਹੈ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਦੋਂ ਅਸੀਂ ਬੱਚੇ ਨੂੰ ਇੱਕ ਹੈਪੀ ਚਾਈਲਡਹੁੱਡ ਦੇਣਾ ਹੋਵੇ। ਫਿਰ ਅਸੀਂ ਕੀਤਾ ਸੀਗਾ ਕਿ what is its importance for parents, for teachers and for child guidance experts, ਇੱਥੇ ਤੱਕ ਆਪਾਂ ਕੱਲ ਕੀਤਾ ਸੀਗਾ। ਹੁਣ let us move ahead and move to the second part of this topic, that is difference between growth and development. growth ਹੁੰਦਾ ਹੈ ਵਾਧਾ, development ਹੁੰਦਾ ਹੈ ਵਿਕਾਸ। ਸੋ ਵਾਧੇ ਔਰ ਵਿਕਾਸ ਵਿੱਚ ਕੀ ਫਰਕ ਹੈ, what is difference between growth and development, ਆਪਾਂ ਇਹਦੇ ਤੋਂ ਸ਼ੁਰੂ ਕਰਾਂਗੇ। ਸੋ ਜੇ ਆਪਾਂ growth ਦੀ ਗੱਲ ਕਰੀਏ, ਸਭ ਤੋਂ ਪਹਿਲੇ ਆਪਾਂ ਸਮਝਦੇ ਹਾਂ ਕਿ ਦੋਨਾਂ ਦੇ ਕਨਸੈਪਟ ਕੀ ਹੈ, what it is actually mean। ਸੋ growth ਦਾ ਮਤਲਬ ਹੈ ਜਦੋਂ ਅਸੀਂ when we are talking about say body size, ਕਿੰਨੀ ਜਿਹੜੀ ਸਾਡੀ ਸਰੀਰ ਹੈ ਉਹਦਾ ਸਾਈਜ਼, ਆਕਾਰ, ਇੰਟਰਨਲ ਆਰਗਨਸ ਜਿਹੜੇ ਅੰਦਰੂਨੀ ਸਾਡੇ ਅੰਗ ਹੈਗੇ ਆ, ਜਾਂ ਫॉर ਐਗਜ਼ਾਮਪਲ ਬ੍ਰੇਨ ਦਾ ਸਾਈਜ਼ ਜਿਹੜਾ ਹੈ ਉਹ ਕਿਸ ਤਰ੍ਹਾਂ ਵੱਧ ਰਿਹਾ, ਕਿੰਨਾ ਵੱਡਾ ਹੋ ਰਿਹਾ, ਕਿਸ ਤਰ੍ਹਾਂ ਉਹਦੇ 'ਚ ਚੇਂਜਸ ਆ ਰਹੇ, ਬਦਲਾਵ ਆ ਰਹੇ, ਜਦੋਂ ਅਸੀਂ ਉਹ ਪੜ੍ਹਦੇ ਹਾਂ। ਔਰ ਇਹਦੇ ਨਾਲ ਜਿਵੇਂ ਕੋਈ ਵੀ ਸਾਈਜ਼ ਸਾਡਾ ਵੱਧਦਾ, ਸਾਡੀ ਹਾਈਟ, ਸਾਡੀ weight, ਸਾਡਾ ਸਟਰਕਚਰ, ਇਹ ਸਾਰਾ ਕੁਝ ਜੋ ਬਦਲਾਵ ਆਉਂਦੇ ਆ, ਇਹ ਸਾਰੇ ਅਸੀਂ ਗਰੋਥ ਦੇ ਵਿੱਚ ਇਹਦਾ ਹਿੱਸਾ ਮੰਨਦੇ ਹਾਂ। ਐਂਡ ਜਿਵੇਂ ਫॉर ਐਗਜ਼ਾਮਪਲ ਆਪਾਂ ਗੱਲ ਕਰਦੇ ਹਾਂ ਕਿ ਸਾਈਜ਼ ਸਾਡਾ ਵੱਧਦਾ, ਜਿਵੇਂ ਆਪਾਂ ਬਹੁਤ ਛੋਟੇ ਸੀ ਜਦੋਂ, ਤਾਂ ਉਦੋਂ ਜਿਵੇਂ ਤੁਸੀਂ 6 ਮੰਥਸ ਬੇਬੀ ਲੈਂਦੇ ਹੋ, ਤੁਸੀਂ ਜਿਵੇਂ ਲੈਂਦੇ ਆ, ਕੀ ਉਹ ਮੈਥਸ ਦੇ ਸਮ ਸੋਲਵ ਕਰ ਸਕਦਾ ਹੈ? ਉਹ ਨਹੀਂ ਕਰ ਸਕਦਾ, ਕਿਉਂਕਿ ਉਹਦੇ ਹਲੇ ਦਿਮਾਗ ਦਾ ਸਾਈਜ਼ ਹੀ ਇੰਨਾ ਵੱਡਾ ਨਹੀਂ ਹੋਇਆ, ਉਹ ਇੰਨਾ ਹਲੇ ਅੱਗੇ ਇਹਦੀ ਪ੍ਰੋਗਰੈਸ ਨਹੀਂ ਹੋਈ, ਹਲੇ ਤਾਂ ਉਹ ਸਿਰਫ ਇੱਕ ਡ੍ਰੀਮਸ ਜਾਂ ਕੁਝ ਉੱਥੇ ਤੱਕ ਉਹਦਾ ਦਿਮਾਗ ਦਾ ਵਿਕਾਸ ਹੋਇਆ, ਕਿਉਂਕਿ ਉਹਦੇ ਸਰੀਰ ਦੇ ਜਿਹੜੇ ਅੰਗ ਨੇ ਉਹਨਾਂ ਦਾ ਸਾਈਜ਼ ਹੌਲੀ 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 ਹੌਲੀ, ਜਿਵੇਂ 6 ਮਹੀਨੇ ਤੋਂ 1 ਸਾਲ ਦਾ ਹੋਏਗਾ, 2 ਸਾਲ ਦਾ ਹੋਏਗਾ, ਉਹਦਾ ਹਲੇ ਸਾਈਜ਼ ਵੱਧ ਰਿਹਾ। ਜਿੱਦਾਂ ਉਹਦਾ ਸਾਈਜ਼ ਵਧੇਗਾ ਫਿਰ ਉਹਦੇ ਨਾਲ ਉਹਦੀ ਕੈਪੈਸਿਟੀ ਵਧੇਗੀ। ਜਿਵੇਂ ਬ੍ਰੇਨ ਦਾ ਸਾਈਜ਼ ਵਧੇਗਾ ਉਦਾਂ ਹੀ ਬੱਚੇ ਨੂੰ ਕੁਝ ਯਾਦ ਰੱਖਣ ਦੀ ਸ਼ਕਤੀ, ਉਦਾਂ ਹੀ ਉਹਦੀ ਕੋਈ ਵੀ ਚੀਜ਼ ਨਵੀਂ ਸਿੱਖਣ ਦੀ ਸ਼ਕਤੀ, ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਔਰ ਰੀਜ਼ਨ ਕਰਨਾ, ਕੋਈ ਚੀਜ਼ ਹੈ ਤਰਕ ਕਰਨਾ, ਇਹ ਸਾਰੀਆਂ ਜਿਹੜੀ ਕੈਪੈਸਿਟੀ ਹੈ ਇਹ ਇਨਕਰੀਜ਼ ਹੋਏਗੀ ਜਦੋਂ ਬੱਚਾ ਗਰੋ ਕਰਦਾ ਹੈ। ਗਰੋ ਕਿਸ ਤਰ੍ਹਾਂ ਕਰ ਰਿਹਾ ਹੈਗਾ, ਉਹਦਾ ਸਾਈਜ਼ ਵੱਧ ਰਿਹਾ ਹੈ, ਆਕਾਰ ਵੱਧ ਰਿਹਾ, ਉਹਦਾ weight ਵੱਧ ਰਿਹਾ, ਉਹਦੀ ਹਾਈਟ ਵੱਧ ਰਹੀ ਹੈ। ਸੋ ਜੇ ਆਪਾਂ ਗਰੋਥ ਨੂੰ ਡਿਫਾਈਨ ਕਰਨਾ ਚਾਹੀਏ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਕੁਆਂਟੀਟੇਟਿਵ ਹੈ, ਕੁਆਂਟੀਟੇਟਿਵ ਮਤਲਬ ਜਿਨ੍ਹਾਂ ਦੀ ਅਸੀਂ ਗਿਣਤੀ ਮਿਣਤੀ ਕਰ ਸਕਦੇ ਹਾਂ, ਵਿਚ ਕੈਨ ਬੀ ਈਜ਼ੀਲੀ ਆਬਜ਼ਰਵ, ਅਸੀਂ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ, ਆਸਾਨੀ ਦੇ ਨਾਲ ਅਸੀਂ
ਦੇਖ ਕੇ ਹੀ ਜਾਂ ਗਿਣਤੀ ਕਰਕੇ ਕੈਲਕੂਲੇਟ ਕਰਕੇ ਅਸੀਂ ਉਹਨੂੰ ਜੱਜ ਕਰ ਸਕਦੇ ਹਾਂ। ਸੋ ਐਸੀਆਂ ਸਾਰੇ ਬਦਲਾਵ ਜਿਹੜੇ ਨੇ ਉਹਨਾਂ ਨੂੰ ਆਪਾਂ ਕੀ ਕਵਾਂਗੇ, ਗਰੋਥ ਜਾਂ ਵਾਧਾ। ਜਿਵੇਂ ਫॉर एग्जांपल ਆਪਾਂ ਜਿਵੇਂ ਛੋਟਾ ਬੱਚਾ ਪੈਦਾ ਹੁੰਦਾ, ਆਪਾਂ ਕਹਿੰਦੇ ਉਹਦਾ ਬਰਥ ਦਾ weight ਹੁੰਦਾ ਹੈ ਅਪਰੋਕਸੀਮੇਟਲੀ, ਜਿਹੜੇ ਨਿਊਲੀ ਬੋਰਨ ਬੇਬੀਜ਼ ਹੈ, ਇੰਡੀਅਨ ਬੇਬੀਜ਼ ਦੀ ਜੇ ਗੱਲ ਕਰੀਏ ਤਾਂ ਐਵਰੇਜ weight that varies between 2.8 kg to 3.2 kg, मतलब ਅਪਰੋਕਸੀਮੇਟਲੀ ਪੌਣੇ 3 ਕਿਲੋ ਤੋਂ ਲੈ ਕੇ 3.25 ਕਿਲੋ ਤੱਕ ਦਾ ਇੱਕ ਬੇਬੀ ਹੁੰਦਾ ਹੈ। तो ਐਵਰੇਜ 3 kgs ਲੈ ਲਈ, ਤੇ ਉਸ ਤੋਂ ਬਾਅਦ ਕੀ ਹੋਏਗਾ ਕਿ ਉਹ ਜਦੋਂ 6 ਮੰਥਸ ਦਾ ਹੋਏਗਾ ਤਾਂ ਉਹਦਾ weight ਜਿਹੜਾ ਡਬਲ ਹੋ ਜਾਏਗਾ, ਜਦੋਂ 1 ਈਅਰ ਦਾ ਹੋਏਗਾ ਉਹਦਾ weight ਟ੍ਰਿਪਲ ਹੋ ਜਾਏਗਾ। तो ਅੰਦਾਜ਼ੇ ਦੇ ਨਾਲ ਵੀ ਕੈਨ ਆਲਵੇਜ਼ ਜੱਜ ਕਿ ਉਸ ਬੱਚੇ ਦੀ ਜਿਹੜੀ ਜਿਹੜਾ ਵਾਧਾ ਹੋ ਰਿਹਾ ਹੈ ਉਹ ਅਸੀਂ ਮੈਜ਼ਰ ਕਰ ਸਕਦੇ ਹਾਂ, ਠੀਕ ਹੈ। तो ऐसियां कोई भी चेंजेस जड़ियां ने उन्होंने ਆਪਾਂ किस ਵਿੱਚ काउंट करेंगे, we will count it towards the growth. So next is, अरे सारे बच्चे still they are coming joining in. Then next is development. ਹੁਣ ਆਪਾਂ ਵਾਧੇ ਦੀ ਤਾਂ ਗੱਲ ਕਰ ਲਈ ਕਿ ਐਸੀਆਂ ਸਾਰੀਆਂ ਚੀਜ਼ਾਂ, ਐਸੇ ਸਾਰੇ ਚੇਂजेस ਜਿਨ੍ਹਾਂ ਨੂੰ ਅਸੀਂ ਗਿਣਤੀ ਮਿੰਤੀ ਦੇ ਨਾਲ ਦੇਖ ਸਕਦੇ ਹਾਂ, ਅਸੀਂ ਕੈਲਕੂਲੇਟ ਕਰ ਸਕਦੇ ਹਾਂ, ਉਹ ਤਾਂ ਹੋ ਗਈ ਸਾਡੀ ਗਰੋਥ। ਔਰ ਡਿਵੈਲਪਮੈਂਟ ਕੀ ਹੋਏਗੀ, ਇਸ ਤਰ੍ਹਾਂ ਦੀਆਂ ਚੀਜ਼ਾਂ ਜਿਨ੍ਹਾਂ ਨੂੰ ਤੁਸੀਂ ਮਹਿਸੂਸ ਕਰ ਸਕਦੇ ਹੋ, ਆਬਜ਼ਰਵ ਕਰਕੇ ਮਹਿਸੂਸ ਕਰ ਸਕਦੇ ਹੋ, ਪਰ ਉਹਨੂੰ ਗਿਣਤੀ ਮਿੰਤੀ ਕਰਨਾ ਜਿਹੜਾ ਹੈ ਉਹ ਆਸਾਨ ਨਹੀਂ ਹੈ। ਸੋ ਇਹਦੇ ਵਿੱਚ ਕੀ ਕੁਝ ਆਏਗਾ, ਉਹੀ ਚੇਂਜ ਇਨ ਸ਼ੇਪ, ਫਾਰਮ, ਸਟਰਕਚਰ ਰਿਜ਼ਲਟਿੰਗ ਇਨ ਇੰਪਰੂਵਡ ਫੰਕਸ਼ਨਿੰਗ। ਉਹਦਾ ਮਤਲਬ ਕੰਮ ਕਰਨ ਦੀ ਕੈਪੈਸਿਟੀ ਵਧਣਾ ਨਾ। ਤੇ ਇਟ ਇਜ਼ ਅ ਕੁਆਲਿਟੇਟਿਵ ਐਂਡ ਕੁਆਂਟੀਟੇਟਿਵ। ਇਹਦੇ ਚ ਕੁਆਂਟੀਟੇਟਿਵ ਮਤਲਬ ਗਿਣਤੀ ਮਿੰਤੀ ਵੀ ਕਰ ਸਕਦੇ ਆ, ਕੁਆਲਿਟੇਟਿਵ ਮਤਲਬ ਅਸੀਂ ਉਹਦੇ ਗੁਣਾਂ ਦੇ ਵਿੱਚ ਇੰਪਰੂਵਮੈਂਟ ਜਿਹੜੀ ਹੈ ਕਿਸੇ ਵੀ ਚੀਜ਼ ਦੀ, ਉਹ ਜਦੋਂ ਨਾਲ ਰਲ ਜਾਏ ਤਾਂ ਅਸੀਂ ਉਹਨੂੰ ਕੀ ਕਵਾਂਗੇ, ਉਹ ਬਣ ਗਈ ਡਿਵੈਲਪਮੈਂਟ ਜਾਂ ਵਿਕਾਸ। ਇਹਨੂੰ ਮੈਂ ਦੁਬਾਰਾ ਐਕਸਪਲੇਨ ਕਰਾਂਗੀ ਤੁਹਾਨੂੰ। ਸੋ ਇਟ ਇਜ਼ ਪ੍ਰੋਗਰੈਸਿਵ ਸੀਰੀਜ਼ ਆਫ ਆਰਡਰਲੀ ਕੋਹਰੈਂਟ ਚੇਂजेस। ਇਹ ਲਾਈਨ ਬੜੀ ਇੰਪੋਰਟੈਂਟ ਹੈ, ਇਹਦੇ ਚ ਤਿੰਨ ਚੀਜ਼ਾਂ ਦੇਖੋਗੇ ਮੈਂ ਹਾਈਲਾਈਟ ਕੀਤੀਆਂ ਨੇ। ਇਟ ਇਜ਼ ਪ੍ਰੋਗਰੈਸਿਵ ਸੀਰੀਜ਼ ਆਫ ਆਰਡਰਲੀ ਕੋਹਰੈਂਟ ਚੇਂजेस। ਪ੍ਰੋਗਰੈਸਿਵ ਸੀਰੀਜ਼ ਮਤਲਬ ਇੱਕ ਇਸ ਤਰ੍ਹਾਂ ਦੀ ਬਦਲਾਵ ਦੀ ਕੜੀ ਹੈ, ਇੱਕ ਸੀਰੀਅਲ ਹੈ ਜਿਵੇਂ ਚੱਲਦਾ ਜਾ ਰਿਹਾ ਹੈ। और प्रोग्रेसिव मतलब ये है कि एक पासे ही जा सकता है, प्रोग्रेस हो रही है, वापस नहीं होएगी, इट विल गो इन वन डायरेक्शन, इस करके उन्होंने कहते हैं प्रोग्रेसिव। दूजा है ऑर्डरली, एक खास तरीके दे नाल ही वो जिहड़ा बदलाव आ रहा है वो उवें ही आएगा। एंड कोहेरेंट मतलब एक दूसरे दे नाल पहला पड़ाव दूसरा पड़ाव आपस में जुड़े हुए ने। सो ये तीन चीज़ां ने जुड़ियां हुई, किहड़ियां-किहड़ियां, पहला है प्रोग्रेसिव, दूजा है ऑर्डरली, तीजा है कोहेरेंट। हुण ਇਹਦੇ ਚ ਤੁਹਾਨੂੰ ਮੈਂ ਐਗਜ਼ਾਮਪਲ ਦਿੰਨੀ ਆ, ਇੱਕ ਤੁਹਾਨੂੰ ਇਹਦੇ ਨਾਲ ਜ਼ਿਆਦਾ ਸਮਝ ਆਏਗਾ। ਫॉर ਐਗਜ਼ਾਮਪਲ ਮੈਂ ਆਪਾਂ ਬੱਚੇ ਦੀ, ਉਸੇ ਬੱਚੇ ਛੋਟੇ ਬੱਚੇ ਦੀ ਗੱਲ ਕਰਦੇ ਆ। ਉਹ ਬੇਬੀ ਜਿਹੜਾ ਹੈ ਉਹਦਾ ਬਰਥ weight ਹੈਗਾ 3 kgs, 6 ਮਹੀਨੇ ਤੇ ਹੋ ਗਿਆ 6 kgs, ਉਸ ਤੋਂ ਬਾਅਦ ਹੋ ਗਿਆ ਉਹਦਾ ਜਿਹੜੀ 12 kgs, 1 ਸਾਲ ਤੇ 12 ਕਿਲੋ ਦਾ ਬੱਚਾ ਹੋ ਗਿਆ। ਫਿਰ ਉਹਦੀ ਹਾਈਟ ਦੀ ਜੇ ਗੱਲ ਕਰੀਏ, ਪਹਿਲਾਂ ਜਦੋਂ ਪੈਦਾ ਹੋਇਆ ਸੀ ਉਹ 21 ਇੰਚਸ ਸੀ ਉਹਦੀ, ਕਿਉਂਕਿ ਆਪਾਂ ਇੰਜ ਲਟਾ ਕੇ ਲੈਣੇ ਇਸ ਕਰਕੇ ਉਹਨੂੰ ਬੱਚੇ ਦੀ ਲੈਂਥ ਕਿਹਾ ਜਾਂਦਾ ਹੈ। ਉਹਦੀ 21 ਇੰਚ ਲੈਂਥ ਸੀਗੀ। 1 ਸਾਲ ਦਾ ਹੋ ਗਿਆ ਤਾਂ ਉਹਦੀ 1 ਫੁੱਟ ਸਵਾ ਫੁੱਟ ਹੋ ਗਈ, ਉਦੋਂ ਬਾਅਦ 2 ਫੁੱਟ ਹੋ ਗਈ, 2.5 ਫੁੱਟ ਹੋ ਗਈ, ਐਦਾਂ ਬੱਚੇ ਦੀ ਹਾਈਟ ਵੱਧ ਰਹੀ ਹੈ। ਤਾਂ ਇੱਕ ਵਾਰੀ ਜਿਹੜੀ ਹਾਈਟ ਵੱਧ ਗਈ, ਕੈਨ ਇਟ ਗੋ ਬੈਕ, ਵਾਪਸ ਤਾਂ ਨਹੀਂ ਜਾਏਗੀ। ਸੋ ਦੈਟ ਮੀਨਸ ਜਿਹੜੀ ਚੇਂजेस ਆ ਰਹੀਆਂ ਪ੍ਰੋਗਰੈਸਿਵ ਹੈ, ਇੱਕ ਪਾਸੇ ਵੱਲ ਨੂੰ ਹੀ ਜਾ ਰਹੇ। ਇਹ ਨਹੀਂ ਹੈ ਕਿ ਬੱਚਾ ਪਹਿਲਾਂ 5 ਉਹਦਾ ਫੁੱਟ ਦਾ ਹੋ ਗਿਆ ਉਦੋਂ ਬਾਅਦ 4 ਦਾ ਹੋ ਜਾਏਗਾ, ਇਟ ਵਿਲ ਨਾਟ ਹੈਪਨ। ਇੱਕ ਚੀਜ਼। ਦੂਸਰਾ ਹੈ ਆਰਡਰਲੀ। ਆਰਡਰਲੀ ਮਤਲਬ ਇੱਕ ਖਾਸ ਸੀਕੁਐਂਸ ਹੋਏਗਾ, ਜਿਵੇਂ ਫॉर एग्जांपल ਪਹਿਲਾਂ ਬੱਚਾ ਬੈਠਣਾ ਸਿੱਖੇਗਾ, ਫਿਰ ਬੱਚਾ ਰੜਨਾ ਸਿੱਖੇਗਾ, फिर बच्चा खड़ा होएगा और फिर चलना सीखेगा, फिर दौड़ना सीखेगा, साइकिल चलाएगा, सब कुछ मास्टरी करेगा। तो ये तो नहीं हो सकता कि पहला बच्चा साइकिल चलाएगा फिर बच्चा चलना सीखेगा, इट विल नॉट हैपन। ऑर्डरली एक तरीके दे नाल ही सब कुछ होना। एंड कोहेरेंट, कोहेरेंट का मतलब होता है आपस ਵਿੱਚ ਸੰਬੰਧਿਤ ਜੁੜੀ ਹੋਈਆਂ ਚੀਜ਼ਾਂ। ਜਿਵੇਂ ਫॉर एग्जांपल ਜਦੋਂ ਆਪਾਂ ਬਚਪਨ ਦੇ ਵਿੱਚ ਕੋਈ ਕੰਮ ਕਰਦੇ ਹੁੰਦੇ ਸੀ, ਜਿਸ ਤਰ੍ਹਾਂ ਆਪਾਂ ਨੂੰ ABCD ਲਿਖਣਾ ਸਿਖਾਇਆ ਟੀਚਰ ਨੇ, ਸਭ ਤੋਂ ਪਹਿਲਾਂ ਕੀ ਸਿਖਾਉਂਦੇ, ਟੀਚਰ ਕਹਿੰਦੇ ਚਲੋ ਜੀ ਲਾਈਨਾਂ ਮਾਰੋ, ਇੰਜ ਇੰਜ ਇੰਜ, ਆਪਾਂ ਉਹ ਤੋਂ ਇੱਕ ਬਣਾ ਲੈਂਦੇ ਹਾਂ। ਜਾਂ ਫਿਰ ਆਪਾਂ ਕਹਿੰਦੇ ਸਰਕਲ 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 ਬਣਾਓ, ਬੱਚਾ ਉਹੀ ਟੇਢੇ ਮੇਢੇ ਬਣਾਉਂਦਾ ਰਹਿੰਦਾ। ਫਿਰ ਉਹ ਅਲਟੀਮੇਟਲੀ ਉਹਦੇ ਚੋਂ ਡਰਾਇੰਗ ਬਣਾਉਣੀ ਸ਼ੁਰੂ ਕਰਦਾ ਵੀ ਚਲੋ ਮੈਂ ਬਰਡ ਬਣਾ ਦਿਆਂ, ਮੈਂ ਸਕਾਈ ਬਣਾ ਦਿਆਂ,
है ना, मैं चिड़ी बना दा, कुछ भी बनावा, वो बच्चा उदों ही बनाएगा ਜਦੋਂ ਉਹਨੂੰ ਪਹਿਲਾਂ ਪੈਨਸਿਲ ਪਕੜ ਕੇ ਕੁਝ ਕੁਝ ਲਗਾਉਣਾ ਆਏਗਾ। ਸੋ ਜਦੋਂ ਇੱਕ ਚੀਜ਼ ਪਹਿਲੀ ਚੀਜ਼ ਆ ਜਾਏਗੀ ਉਸ ਤੋਂ ਬਾਅਦ ਚ ਅਗਲੀ ਚੀਜ਼ ਆਏਗੀ। ਇਹ ਤਾਂ ਨਹੀਂ ਹੋ ਸਕਦਾ ਕਿ ਬੱਚਾ ਜੰਮਦਾ ਹੀ ਫਸਟ ਕਲਾਸ ਸਨ ਬਣਾ ਲੇਗਾ, ਮੂਨ ਬਣਾ ਲੇਗਾ, ਇਟ ਵਿਲ ਨਾਟ ਹੈਪਨ। ਪਹਿਲਾਂ ਬੱਚਾ ਗੋਲਾ ਮੋਲਾ ਛੋਟਾ ਮੋਟਾ ਮਾਰੇਗਾ, ਫਿਰ ਉਸ ਤੋਂ ਬਾਅਦ ਚ ਉਹਦੇ ਚ ਕਲਰਿੰਗ ਕਰਨੀ ਸਿੱਖੇਗਾ, ਫਿਰ ਉਹਦੀ ਇੰਪਰੂਵਮੈਂਟ ਹੋਏਗੀ। ਸੋ ਪਹਿਲੀ ਚੀਜ਼ ਆਪਾਂ ਰॉ ਕੱਚਾ ਕੱਚਾ ਕੰਮ ਕਰਦੇ ਹਾਂ, ਫਿਰ ਉਹਦੇ ਤੋਂ ਅਗਲਾ ਜਦੋਂ ਸਾਡਾ ਵਿਕਾਸ ਹੋ ਜਾਏਗਾ, ਜਦੋਂ ਅਸੀਂ ਗਰੋ ਕਰ ਜਾਾਂਗੇ, ਫਿਰ ਅਸੀਂ ਅਗਲੀ ਸਟੇਜ ਵਿੱਚ ਪਹੁੰਚ ਜਾਾਂਗੇ। ਸੋ ਤਿੰਨ ਚੀਜ਼ਾਂ ਦਾ ਮਤਲਬ ਸਮਝ ਆਇਆ ਕਿ ਇਸ ਤਰ੍ਹਾਂ ਦੇ ਬਦਲਾਵ ਜਿਹਦੇ ਵਿੱਚ ਅਸੀਂ ਗਿਣਤੀ ਮਿੰਤੀ ਵਾਲੇ ਕੰਮ ਵੀ ਕਰ ਸਕਦੇ ਹਾਂ, ਔਰ ਉਹਦੇ ਨਾਲ ਨਾਲ ਐਸੀਆਂ ਚੀਜ਼ਾਂ ਵੀ ਦੇਖ ਸਕਦੇ ਹਾਂ ਜਿਹੜੀਆਂ ਕਿ ਜਿਨ੍ਹਾਂ ਦੀ ਅਸੀਂ ਗਿਣਤੀ ਮਿੰਤੀ ਨਹੀਂ ਕਰ ਸਕਦੇ। ਔਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਜਿਵੇਂ ਕਿ ਗਿਣਤੀ ਮਿੰਤੀ ਆਪਾਂ ਕਿਸ ਚੀਜ਼ ਦੀ ਕਰ ਸਕਦੇ ਹਾਂ। ਫॉर एग्जांपल ਆਪਾਂ ਕਿਸੇ ਬੰਦੇ ਦੀ ਗੱਲ ਕਰਦੇ ਹਾਂ ਕਿ ਉਹ ਬੰਦਾ ਬੜਾ ਟਾਲ ਹੈ, ਬੜਾ ਲੰਬਾ ਹੈ, ਉਹਦੀ ਅਮਿਤਾਭ ਬੱਚਨ ਹੈ, ਉਹਦੀ 6 ਫੀਟ ਸਮਥਿੰਗ ਇੰਚਸ ਹਾਈਟ ਹੈ, ਹੀ ਇਜ਼ ਅ ਵੈਰੀ ਟਾਲ ਮੈਨ। ਪਰ ਜੇ ਆਪਾਂ ਗੱਲ ਕਰਦੇ ਹਾਂ ਨਾ ਕਿ ਉਹਦੀ ਆਵਾਜ਼ ਬਹੁਤ ਅੱਛੀ ਹੈ, ਉਹਦੀ ਆਵਾਜ਼ ਬੜੀ ਗਹਿਰੀ ਹੈ, ਬੜੇ ਅੱਛੇ ਤਰੀਕੇ ਨਾਲ ਪ੍ਰੈਜ਼ੈਂਟ ਕਰਦਾ ਹੈ, ਕੀ ਆਪਾਂ ਇਹ ਦੱਸ ਸਕਦੇ ਹਾਂ ਕਿ ਇੰਨੇ ਕਿਲੋ ਵਧੀਆ ਬੋਲਦਾ ਹੈ, ਇੰਨੇ ਗ੍ਰਾਮ ਉਹ ਅੱਛਾ ਪਰਫਾਰਮ ਕਰਦਾ ਹੈ ਨਾ। ਉਹਦੀ ਇੰਨੀ ਮਤਲਬ ਜਿਸ ਤਰ੍ਹਾਂ ਕੁਝ ਚੀਜ਼ਾਂ ਐਸੇ ਹੋਣਗੇ ਜਿਨ੍ਹਾਂ ਨੂੰ ਅਸੀਂ ਅੱਗੇ ਯੂਨਿਟਸ ਨਹੀਂ ਲਗਾ ਸਕਦੇ, ਉਹਨੂੰ ਆਪਾਂ ਕਹਿੰਦੇ ਕੁਆਲਿਟੀ। ਜਿਵੇਂ ਆਪਾਂ ਕਹਿੰਦੇ ਇਹਨੇ ਡਰਾਇੰਗ ਬੜੀ ਸੋਹਣੀ ਕੀਤੀ, ਬੜੀ ਖੂਬਸੂਰਤ ਹੈਂਡ ਰਾਈਟਿੰਗ ਲਿਖਦੀ ਹੈ, ਆਪਾਂ ਇਹ ਤਾਂ ਨਹੀਂ ਲਿਖ ਸਕਦੇ ਇੰਨੇ ਗ੍ਰਾਮ, ਇੰਨੇ ਕਿਲੋਗ੍ਰਾਮ, ਇੰਨੇ ਲੀਟਰ ਕੁਝ ਹੋਇਆ। ਸੋ ਐਸੀਆਂ ਸਾਰੀਆਂ ਚੇਂਜਸ ਜਿਨ੍ਹਾਂ ਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ, ਉਹ ਹਿੱਸਾ ਬਣਦੀਆਂ ਡਿਵੈਲਪਮੈਂਟ ਦਾ। ਠੀਕ ਹੈ। ਸੋ ਡਿਫਰੈਂਸ ਜਿਹੜਾ ਹੈ ਆਪਾਂ ਹੋਰ ਡਿਟੇਲ ਵਿੱਚ ਕਰਾਂਗੇ, ਪਹਿਲਾਂ ਕਨਸੈਪਟ ਸਮਝ ਆਣਾ ਚਾਹੀਦਾ ਹੈ। ਸੋ ਗਰੋਥ ਐਸੀ ਚੀਜ਼ ਜਿਹਨੂੰ ਅਸੀਂ ਮੈਜ਼ਰ ਕਰ ਸਕਦੇ ਹਾਂ, ਫॉर एग्जांपल ਹਾਈਟ, फॉर एग्जांपल weight, ਐਂਡ ਡਿਵੈਲਪਮੈਂਟ ਐਸੀ ਚੀਜ਼ ਜਿਹਦੇ ਵਿੱਚ ਅਸੀਂ ਉਹਨੂੰ ਗਿਣਤੀ ਮਿੰਤੀ ਦੇ ਨਾਲ ਨਾਲ ਮਹਿਸੂਸ ਕਰਕੇ ਵੀ ਉਹਨੂੰ ਜੱਜ ਕਰ ਸਕੀਏ। फॉर एग्जांपल ਇੰਟੈਲੀਜੈਂਸ, फॉर एग्जांपल ਬਿਊਟੀ, फॉर एग्जांपल ਕਿਸੇ ਵੀ ਚੀਜ਼ ਦੀ ਕੁਆਲਿਟੀ। ਜਿਵੇਂ ਆਪਾਂ ਕਹਿੰਦੇ ਆ ਬੱਚਾ ਸਾਈਕਲ ਕਿੰਨਾ ਵਧੀਆ ਚਲਾ ਲੈਂਦਾ ਹੈ। ਸੋ again let us see what is the difference. Okay, ਸੋ ਦਿਸ ਇਜ਼ ਮੈਨੂੰ ਇਹ ਡਾਇਗਰਾਮ ਮਿਲ ਗਈ ਸੀ, ਮੈਂ ਕਿਹਾ ਸੀ ਚੱਲ ਆ ਫੋਟੋ ਜੀ ਦੇਖਾਂ। ਜਿਵੇਂ ਫॉर एग्जांपल ਆ ਇੱਕ ਲੜਕੀ ਦੀ ਕੰਪੈਰੀਜ਼ਨ ਕੀਤਾ ਹੋਇਆ ਇਹਨਾਂ ਨੇ ਕਿ ਇਹ 9 ਮੰਥ ਸੇ ਦੇਖੋ ਇਹ ਲੜਕੀ ਹੈ ਰੜਨਾ ਸਿੱਖ ਰਹੀ ਹੈ, ਉਸ ਬਾਅਦ 3 ਸਾਲ ਤੇ ਆ ਦੇਖੋ ਨੱਚਣਾ ਨੁੱਚਣਾ ਸ਼ੁਰੂ ਕਰ ਦਿੱਤਾ ਉਹਨੇ, ਲੱਤ ਪੈਰ ਮਾਰਨੀ ਸ਼ੁਰੂ ਕਰ ਦਿੱਤੀ, ਇੰਨੀ ਹੈ। 12 ਸਾਲ ਤੇ ਦੇਖੋ ਕਿਆ ਜੰਪ ਕਰਕੇ ਬੜੀ ਅਲਾਈਨਡ ਉਹ ਕਰ ਰਹੀ ਹੈ। 16 ਸਾਲਾਂ ਤੇ ਕੁਝ ਕਰ ਨਹੀਂ ਰਹੀ ਹੈ, ਪਰ ਉਹ ਮਤਲਬ ਕਰਨ ਲਾਇਕ ਕਿੰਨਾ ਕੁਝ ਕਰ ਲੇਗੀ, ਮਤਲਬ ਸ਼ੀ ਕੈਨ ਡਾਂਸ। ਅਗਰ ਇਹੀ ਚੀਜ਼ ਇੰਪਰੂਵ ਕਰੇਗੀ ਸ਼ੀ ਕੈਨ ਬਿਕਮ ਅ ਵੈਰੀ ਗੁੱਡ ਜਿਮਨਾਸਟ। ਪਰ ਇਹ 9 ਮਹੀਨੇ ਦੇ ਬੱਚੇ ਤੋਂ ਤਾਂ ਆਪਾਂ ਉਮੀਦ ਨਹੀਂ ਕਰ ਸਕਦੇ। ਸੋ ਇਹਦੀ ਆਰਡਰਲੀ ਮਤਲਬ ਪਹਿਲਾਂ ਬੱਚਾ 9 ਮੰਥਸ ਤੇ ਕੀ ਕਰ ਸਕਦਾ ਹੈ, 3 ਇਅਰਸ ਤੇ ਕੀ ਕਰ ਸਕਦਾ ਹੈ, 12 ਤੇ ਕੀ ਕਰ ਸਕਦਾ ਹੈ, 16 ਤੇ ਕੀ ਕਰ ਸਕਦਾ ਹੈ, ਐਦਾਂ ਪੜਾਅ ਬੰਦੇ ਹੈ ਔਰ ਸਾਰੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ ਆਪਸ ਦੇ ਵਿੱਚ। And let us see what is the difference between growth and development. ਵਾਧੇ ਔਰ ਵਿਕਾਸ ਵਿੱਚ ਹੁਣ ਫਰਕ ਕੀ ਹੈ, ਆਪਾਂ ਨੂੰ ਕਨਸੈਪਟ ਤਾਂ ਸਮਝ ਆ ਗਿਆ। ਤਾਂ ਪਹਿਲਾ ਫਰਕ ਕੀ ਹੈ, growth is measurable, development is not. ਆਪਾਂ ਡਿਵੈਲਪਮੈਂਟ ਨੂੰ ਮੈਜ਼ਰ ਨਹੀਂ ਕਰ ਸਕਦੇ। ਇਟ ਕੈਨ ਬੀ ਫੈਲਟ ਐਂਡ ਆਬਜ਼ਰਵ, ਅਸੀਂ ਉਹਨੂੰ ਆਬਜ਼ਰਵ ਕਰ ਸਕਦੇ ਹਾਂ, ਮਹਿਸੂਸ ਕਰ ਸਕਦੇ ਹਾਂ, ਪਰ ਅਸੀਂ ਮੈਜ਼ਰ ਨਹੀਂ ਕਰ ਸਕਦੇ। ਮੈਜ਼ਰ ਜਿਹੜਾ ਹੈ ਉਹ ਕਿਸ ਚੀਜ਼ ਨੂੰ ਕਰਾਂਗੇ, ਆਪਾਂ ਗਰੋਥ ਨੂੰ ਮੈਜ਼ਰ ਕਰਾਂਗੇ। ਦੈਨ second difference is when body becomes large, its growth stops. ਜਦੋਂ ਅਸੀਂ ਵੱਡੇ ਹੋ ਜਾਂਦੇ ਹਾਂ, ਆਪਾਂ ਇੱਕ ਏਜ ਜਿਹੜੀ ਆਪਣੀ ਅਚੀਵ ਹੋ ਗਈ, ਉਸ ਤੋਂ ਬਾਅਦ ਆਪਣੀ ਜਿਹੜਾ ਵਾਧਾ ਹੈ, ਜਿਹੜੀ ਆਪਣੀ ਹਾਈਟ ਹੈ ਉਹ ਵਧਣੀ ਬੰਦ ਹੋ ਜਾਂਦੀ ਹੈ। ਔਰ ਇਹ ਸਾਰੀ ਜਿਹੜੀ ਹੈ ਨਾ, ਹਰ ਇੱਕ ਸਪੀਸ਼ੀਜ਼ ਜਿੰਨੇ ਵੀ ਮੈਨਕਾਈਂਡ ਹੈ, ਜਿੰਨੇ ਵੀ ਲਿਵਿੰਗ ਬੀਇੰਗਸ ਹੈ, ਉਹ ਉਹਨਾਂ ਦੇ ਕੋਲ ਕੈਪੈਸਿਟੀ ਹੈ ਜਿਹੜੀ ਉੱਥੇ ਤੱਕ ਪਹੁੰਚ ਕੇ ਬੰਦ ਹੋ ਜਾਂਦੀ ਹੈ, ਲਿਮਿਟਿਡ ਹੋ ਜਾਂਦੀ ਹੈ। ਤੁਸੀਂ ਦੇਖੋ ਹੁਣ ਹਿਊਮਨ ਬੀਇੰਗਸ ਦੀ ਆਪਾਂ ਗੱਲ ਕਰਦੇ ਹਾਂ, ਐਦਾਂ ਹੀ ਤੁਸੀਂ ਡੌਗਸ ਦੀ ਗੱਲ ਕਰ ਲਓ, ਕੈਟਸ ਦੀ ਗੱਲ ਕਰ ਲਓ, ਉਹਨਾਂ ਦੀ ਸਪੀਸ਼ੀਜ਼ ਦੇ ਹਿਸਾਬ ਦੇ ਨਾਲ ਤੁਸੀਂ ਦੇਖੋਗੇ ਜਿਹੜੇ ਕਈ ਜਿਹੜੇ ਜਿਵੇਂ ਟੌਏ ਪੌਮ ਹੈ ਉਹ ਇੰਨਾ ਛੋਟਾ ਹੀ ਰਹੇਗਾ, ਜਿਹੜਾ ਜਰਮਨ ਸ਼ੈਫਰਡ ਉਹ ਇੰਨਾ ਵੱਡਾ ਹੋ ਜਾਏਗਾ। ਤਾਂ ਐਦਾਂ ਹੀ ਜੇ ਆਪਾਂ ਆਪਣੇ ਆਦਮੀਆਂ ਦੀ ਗੱਲ ਕਰਦੇ ਹਾਂ, ਮੈਨ ਜਿਹੜੇ ਨੇ ਲਾਈਕਲੀ ਹੁੰਦਾ ਕਿ ਉਹ ਫੀਮੇਲਸ ਤੋਂ ਵੱਡੇ ਹੋਣਗੇ। ਸੋ ਉਹ ਸਾਰੀਆਂ ਕਰੈਕਟਰਿਸਟਿਕਸ ਦੇ ਹਿਸਾਬ ਦੇ ਨਾਲ ਜਦੋਂ ਉਹ ਇੱਕ ਸਟੇਜ ਪੂਰੀ ਹੋ ਜਾਂਦੀ ਹੈ, ਉਸ ਤੋਂ ਬਾਅਦ ਉਹ ਬੰਦ ਹੋ ਜਾਂਦੀ ਹੈ। ਇਹਦਾ ਮਤਲਬ ਕੀ ਹੈ, ਵਾਧਾ ਬੰਦ ਹੋ ਜਾਂਦਾ ਹੈ, ਵਾਧਾ ਸੀਮਿਤ ਹੈ, growth is limited, but development ਜਿਹੜੀ ਹੈ ਉਹ ਹੁੰਦੀ ਰਹੇਗੀ ਡੈਥ ਤੱਕ। ਜਦੋਂ ਤੱਕ ਆਪਾਂ ਜ਼ਿੰਦਾ ਹਾਂ ਉਦੋਂ ਤੱਕ ਆਪਾਂ ਡਿਵੈਲਪ ਕਰ ਰਹੇ ਹਾਂ, ਸਾਡਾ ਵਿਕਾਸ ਹੋ ਰਿਹਾ ਹੈ। ਵਾਧਾ ਕੀ ਸੀਗਾ ਕਿ ਮੇਰੀ ਜਿਵੇਂ ਹੁਣ ਮੇਰੀ ਫॉर एग्जांपल ਹਾਈਟ 5 ਫੀਟ 4 ਇੰਚਸ ਹੈ,
तो ਜਦੋਂ मैं 5 फीट 4 इंचेस ਦੀ ਜਿਹੜਾ ਮੇਰਾ ਪੋਟੈਂਸ਼ੀਅਲ ਸੀਗਾ ਮੈਂ 17 18 19 ਸਾਲ ਦੀ ਜਦੋਂ ਹੋਈ ਉਦੋਂ ਤੱਕ ਮੈਂ ਗਰੋ ਕਰ ਰਹੀ ਸੀਗੀ ਮੇਰਾ ਗਰੋਥ ਹਾਰਮੋਨਸ ਸੀਗੇ ਉਦੋਂ ਤੱਕ ਮੈਂ ਗਰੋ ਕਰ ਰਹੀ ਸੀ ਉਦੋਂ ਬਾਅਦ ਦੇ ਵਿੱਚ ਮੇਰੀ ਹਾਈਟ ਕੋਈ ਵਧੀ ਥੋੜੀ ਹੈ ਉਹ ਰੁਕ ਗਈ ਪਰ ਕੀ ਮੇਰੀ ਡਿਵੈਲਪਮੈਂਟ ਰੁਕੀ ਗਈ ਹੈ नो डेवलपमेंट मेरी ਜਿਹੜੀ ਹੈ ਉਹ ਬਿਲਕੁਲ ਹੋ ਰਹੀ ਹੈ still I am learning still I am acquiring new skills so same is true to you ਤੁਹਾਡੇ ਨਾਲ ਤੁਹਾਡੇ ਪੇਰੈਂਟਸ ਨਾਲ ਸਭ ਦੇ ਨਾਲ all living beings ਉਹਨਾਂ ਦੀ ਗਰੋਥ ਜਿਹੜੀ ਹੈ ਇੱਕ ਸਮੇਂ ਤੋਂ ਬਾਅਦ ਬੰਦ ਹੋ ਜਾਂਦੀ ਹੈ ਪਰ ਜਿਹੜਾ ਵਿਕਾਸ ਹੈ ਡਿਵੈਲਪਮੈਂਟ ਹੈ it will continue till we are alive ਠੀਕ ਹੈ ਜਦੋਂ ਮਰ ਮੁਰੀ ਗਏ ਫਿਰ ਕੀ ਪਤਾ ਫਿਰ ਥੋੜਾ ਵਿਕਾਸ ਹੋ ਸਕਦਾ ਹੈ So growth is limited only to the physical aspects. ਜਦੋਂ ਆਪਾਂ growth ਦੀ ਗੱਲ ਕਰਦੇ ਹਾਂ ਨਾ ਆਪਾਂ ਸਰੀਰਕ ਰੂਪ ਦੀਆਂ ਸਾਰੀਆਂ ਚੀਜ਼ਾਂ ਦੀ ਗੱਲ ਕਰ ਰਹੇ ਹਾਂ ਫॉर एग्जांपल ਆਪਾਂ growth ਦੀ ਗੱਲ ਕਰੀਏ ਕਿ ਉਹਦਾ ਬ੍ਰੇਨ ਦਾ ਸਾਈਜ਼ ਵੱਧ ਗਿਆ ਹੈ ਨਾ ਵਿੱਚ ਛੋਟਾ ਸੀਗਾ ਤਾਂ ਇੰਨਾ ਨੈਚੁਰਲੀ ਬੇਬੀ ਦੇ ਸਾਈਜ਼ ਜਿਹੜਾ ਹੈਡ ਦਾ ਜਿੰਨਾ ਸੀ ਉਹਦੇ ਵਿੱਚ ਹੀ ਉਨਾ ਹੀ ਬ੍ਰੇਨ ਹੋਣਾ ਸੀ ਨਾ ਫਿਰ ਨੰਬਰ ਆਫ ਸੈਲਸ ਵੱਧਦੇ ਗਏ ਜਿਸ ਤਰ੍ਹਾਂ ਉਹ ਵੱਡਾ 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 ਹੁੰਦਾ ਗਿਆ ਜਿਹੜੇ ਸਾਡੇ ਹੈਂਡਸ ਦੀ ਗੱਲ ਕਰੀਏ ਆਪਾਂ ਜਦੋਂ ਆਪਾਂ ਪੈਦਾ ਹੁੰਦੇ ਹਾਂ ਸਾਡੇ ਛੋਟੇ ਛੋਟੇ ਹੱਥ ਹੁੰਦੇ ਆ ਹੁਣ ਇੰਨੇ ਵੱਡੇ ਕਿੱਥੋਂ ਹੋ ਗਏ ਹਨਾ So this is how we have grown. So ਜਦੋਂ ਆਪਾਂ growth ਦੀ ਗੱਲ ਕਰਦੇ ਆ ਆਪਾਂ physical aspects ਦੀ ਗੱਲ ਕਰਦੇ ਆ ਸਰੀਰਕ ਜੋ ਸਾਨੂੰ ਭੌਤਿਕ ਚੀਜ਼ਾਂ ਦਿਖਦੀਆਂ ਉਹਦੀ ਗੱਲ ਕਰਦੇ ਆ ਪਰ ਜਦੋਂ ਆਪਾਂ development ਦੀ ਗੱਲ ਕਰਦੇ ਆ ਉਹਦੇ ਚ physical ਦੇ ਨਾਲ ਨਾਲ ਹੋਰ ਵੀ ਚੀਜ਼ਾਂ mental development, social development, ਨਾ your skill ਜਿਹਨੂੰ ਆਪਾਂ ਕਹਿੰਦੇ ਆ cognitive development ਇਹ ਸਾਰੀਆਂ ਚੀਜ਼ਾਂ motor development ਇਹ ਸਾਰੀਆਂ ਹਿੱਸਾ ਆਉਂਦੀਆਂ ਨੇ ਤੁਹਾਡੇ development ਦਾ part ਹੁੰਦੇ so this was the third difference fourth difference is development is a vast term ਇੱਥੋਂ ਆਪਾਂ ਹੁਣ already ਆਪਾਂ discuss ਕੀਤਾ ਹੈ ਕਿਉਂਕਿ ਇਹਦੇ ਵਿੱਚ it is not only about the physical thing it is it is a field which can be studied in larger depth so growth ਉਹਦਾ ਇੱਕ ਹਿੱਸਾ ਹੈ So ਆਪਾਂ ਕੀ ਕਰ ਸਕਦੇ ਹਾਂ we can say ਕਿ for example this is development and ਜਿਹੜਾ growth ਹੈ this is a part of it ਇਹ growth ਜਿਹੜੀ ਹੈ ਇਹਦਾ ਇੱਕ ਹਿੱਸਾ ਹੈ so ਵੱਡੀ term ਕੀ ਹੈ development so and another thing is both are interrelated ਆਪਸ ਦੇ ਵਿੱਚ ਜੁੜੇ ਹੋਏ ਨੇ ਆਪਸ ਦੇ ਵਿੱਚ ਉਹਨਾਂ ਦਾ ਬੜਾ ਗੂੜਾ ਸੰਬੰਧ ਹੈ for example ਜਿਵੇਂ ਆਪਣਾ ਸਾਈਜ਼ ਵੱਧਦਾ ਹੈ ਸਾਡਾ ਕੰਮ ਕਰਨ ਦੀ ਸ਼ਕਤੀ ਸਾਡੀ ਕੈਪੈਸਿਟੀ ਜਿਹੜੀ ਹੈ ਉਹ ਨਾਲ ਵੱਧਦੀ ਹੈ ਅਸੀਂ ਜਿਵੇਂ ਫॉर एग्जांपल ਛੋਟਾ ਬੱਚਾ ਉਹਨੂੰ ਤਾਂ ਉਹਦੇ ਤੋਂ ਆਪਾਂ ਕਿੰਨਾ ਵੱਡਾ ਸੂਟਕੇਸ ਚੁਕਵਾ ਸਕਦੇ ਆ ਨਹੀਂ ਚੁਕਵਾ ਸਕਦੇ ਜੇ ਤੁਹਾਡੇ ਪਾਪਾ ਹੈ ਤੁਹਾਡੇ ਬ੍ਰਦਰ ਹੈ ਜਾਂ ਤੁਸੀਂ ਹੋ ਤੁਸੀਂ ਇੱਕਦਮ ਹੈਵੀ ਚੀਜ਼ ਚੁੱਕ ਲਓਗੇ ਛੋਟੇ ਬੱਚੇ ਨੂੰ ਥੋੜਾ ਨਾ ਚੁੱਕਣ ਦਿੰਦੇ ਆ ਹਨਾ ਤੇ ਇਸ ਤਰ੍ਹਾਂ ਹੀ ਇੱਕ ਹੋਰ ਸੰਬੰਧ ਵੀ ਹੁੰਦਾ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈਗਾ ਕਿ ਗਰੋਥ ਜਿਹੜੀ ਹੈਗੀ ਹੈ ਉਹ ਵਧੀਆ ਨਹੀਂ ਹੋਈ ਹੁੰਦੀ ਕਿਸੇ ਬੰਦੇ ਦੀ ਪਰ ਉਹਦੀ ਡਿਵੈਲਪਮੈਂਟ ਜਾਂ ਮਤਲਬ ਵਿਕਾਸ ਬੜਾ ਅੱਛਾ ਹੋ ਜਾਂਦਾ ਹੈ ਹੁਣ ਇਹਦੇ ਵਿੱਚ ਇੱਕ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ ਜਿਵੇਂ ਆਪਾਂ ਕਰਦੇ ਕਈ ਬੌਣੇ ਹੁੰਦੇ ਬੌਣੇ ਦੇਖੇ ਨਾ ਡਵਾਰਫਸ ਜਿਹੜੇ ਹੁੰਦੇ ਆ ਆਪਾਂ ਸਰਕਸ ਵਿੱਚ ਵੀ ਦੇਖਦੇ ਹੁੰਦੇ ਸੀ ਜਾਂ ਤੁਸੀਂ ਅਦਰਵਾਈਜ਼ ਵੀ ਦੇਖੇ ਹੋਣੇ ਕੋਈ ਲੋਕ ਐਸੇ ਜਿਨ੍ਹਾਂ ਦੀ ਹਾਈਟ ਜਿਹੜੀ ਹੈ ਆਮ ਲੋਕਾਂ ਦੇ ਕੰਪੈਰੀਜ਼ਨ 'ਚ ਬੜੀ ਘੱਟ ਹੁੰਦੀ ਹੈ ਬਟ ਦੇ ਆਰ ਵੈਰੀ ਇੰਟੈਲੀਜੈਂਟ ਜਾਂ ਕਈ ਇਸ ਤਰ੍ਹਾਂ ਦੇ ਹੁੰਦੇ ਜਿਹੜੇ ਫਿਜ਼ੀਕਲੀ ਥੋੜੇ ਚੈਲੰਜਡ ਬੰਦੇ ਹੁੰਦੇ ਆ ਬਟ ਦੇ ਆਰ ਪੇਂਟਿੰਗ ਸੋ ਨਾਈਸਲੀ ਦੇ ਆਰ ਸਿੰਗਿੰਗ ਹੈ ਨਾ तो हो सकता है फिजिकल ਜਿਹੜੀ ਉਹਦੀ growth ਹੈ ਉਹਦੇ 'ਚ ਕੋਈ ਫਰਕ ਆ ਗਿਆ ਹੋਵੇ ਪਰ ਡਿਵੈਲਪਮੈਂਟ ਉਹਨਾਂ ਦੀ ਫਿਰ ਵੀ ਬਹੁਤ ਅੱਛੀ ਹੋ ਸਕਦੀ ਹੈ ਸੋ ਜ਼ਰੂਰੀ ਨਹੀਂ ਕਿ ਡਿਵੈਲਪਮੈਂਟ ਵਾਸਤੇ ਸਿਰਫ ਫਿਜ਼ੀਕਲ ਗਰੋਥ ਹੀ ਹੋਣੀ ਚਾਹੀਦੀ ਹੈ ਸੋ ਕਈ ਹੁੰਦੇ ਕਿ ਐਡੇ ਟਾਲ ਐਡੇ ਮਤਲਬ ਦੇਖਣ 'ਚ ਇੰਨੇ ਖੂਬਸੂਰਤ ਹੁੰਦੇ ਆ ਪਰ ਉਦਾਂ ਦਿਮਾਗ ਜਿਹੜਾ ਉਹ ਬਿਲਕੁਲ ਹੀ ਲੜਾਕੇ ਝਗੜਾਲੂ ਕਿਸੇ ਕੰਮ ਜੋਗੇ ਨਹੀਂ ਹੁੰਦੇ ਸੋ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਆਪਸ ਸੰਬੰਧਿਤ ਨੇ ਪਰ ਇਹ ਨਹੀਂ ਹੈਗਾ ਕਿ ਜੇ ਗਰੋਥ ਨਹੀਂ ਹੋਏਗੀ ਤਾਂ ਡਿਵੈਲਪਮੈਂਟ ਨਹੀਂ ਹੋਏਗੀ development will go on and so this was about what are the difference between growth and development so let us move ahead agla jehda hai principles of development hai I think we should take up in the next lecture because main na kuch aur kaam karna hai so we will take it later just a moment